सत श्री अकाल जी, थोड़ा स्वागत है जी चैनल जुगलू एजुकेशन विच। अज दी वीडियो च आपां गल करांगे भी फौज दे विच अफसर किवें बणीए, की तरीका गा, किहड़े किहड़े असीं टैसट देने ने। जिहड़े वीर जिहड़ियां भैणां फौज च अफसर बनना चाहुंदे ने जां वीडियो नूं देख के मन बना लैणगे भी असीं फौज च अफसर बनना, ਉਹ ਵੀਡੀਓ ਨੂੰ ਪੂਰੀ ਦੇਖ ਲਿਓ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਤਰੀਕੇ ਆਪਾਂ ਦੱਸਾਂਗੇ ਉਹਨਾਂ ਚੋਂ ਕਿਹੜਾ ਮਰਜ਼ੀ ਤਰੀਕਾ ਅਪਣਾ ਲਿਓ ਤੇ ਫੌਜ ਦੇ ਵਿੱਚ ਅਫਸਰ ਬਣ ਕੇ ਵੀਡੀਓ ਥੱਲੇ ਆ ਕੇ ਕਮੈਂਟ ਜ਼ਰੂਰ ਕਰਿਓ। ਅੱਜ ਕਮੈਂਟ ਕਰਕੇ ਲਿਖ ਦਿਓ ਵੀ ਇੰਨੀ ਤਰੀਕ ਨੂੰ ਅਸੀਂ ਮਨ ਬਣਾ ਲਿਆ ਵੀ ਆਹ ਟੈਸਟ ਕਲੀਅਰ ਕਰਨਾ ਤੇ ਅਫਸਰ ਬਣ ਕੇ ਆ ਕੇ ਦੁਬਾਰੇ ਫੇਰ ਕਮੈਂਟ ਕਰਿਓ ਉਹੀ ਕਮੈਂਟ ਦੇ ਥੱਲੇ ਵੀ ਅਸੀਂ ਅਫਸਰ ਬਣ ਗਏ। ਲਓ ਜੀ, ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਜਦੋਂ ਅਸੀਂ ਫੌਜ 'ਚ ਅਫਸਰ ਬਣਨਾ ਤਾਂ ਉਹਦੇ ਵਾਸਤੇ ਸਭ ਤੋਂ ਇੱਕ ਜਿਹੜੀ ਵੱਡੀ ਤੇ ਮੇਨ ਚੀਜ਼ ਆ ਉਹ ਆ ਐਸਐਸਬੀ ਇੰਟਰਵਿਊ। ਐਸਐਸਬੀ ਇੰਟਰਵਿਊ ਮਤਲਬ ਸਰਵਿਸ ਸਿਲੈਕਸ਼ਨ ਬੋਰਡ। ਸਰਵਿਸ ਸਿਲੈਕਸ਼ਨ ਬੋਰਡ ਦੀ ਇੰਟਰਵਿਊ ਆ, ਉਹਨੂੰ ਅਸੀਂ ਫੇਸ ਕਰਨਾ ਹੀ ਕਰਨਾ। ਅਸੀਂ ਤਰੀਕਾ ਕਿਹੜਾ ਮਰਜ਼ੀ ਵਰਤੀਏ, ਇਹ ਅਸੀਂ ਕਲੀਅਰ ਕਰਨੀ ਹੀ ਕਰਨੀ ਆ। ਜਦੋਂ ਅਸੀਂ ਐਸਐਸਬੀ ਇੰਟਰਵਿਊ ਕਲੀਅਰ ਕਰ ਲਈ ਉਦੋਂ ਬਾਅਦ ਸਾਡਾ ਹੋਊਗਾ ਮੈਡੀਕਲ ਤੇ ਫਿਰ ਬਣੂਗੀ ਮੈਰਿਟ ਲਿਸਟ, ਕਹਿ ਲਓ ਫਾਈਨਲ ਲਿਸਟ, ਤੇ ਅਸੀਂ ਹੋ ਜਾਾਂਗੇ ਭਰਤੀ। ਸਾਡੀ ਟ੍ਰੇਨਿੰਗ ਸ਼ੁਰੂ ਹੋ ਜੂਗੀ ਐਜ਼ ਐਨ ਆਫਿਸਰ ਇਨ ਇੰਡੀਅਨ ਆਰਮਡ ਫੋਰਸਿਸ। ਲਓ ਜੀ, ਹੁਣ ਆਪਾਂ ਦੇਖਦੇ ਹਾਂ ਵੀ ਇਹ ਐਸਐਸਬੀ ਇੰਟਰਵਿਊ ਆ, ਇੱਥੋਂ ਤੱਕ ਆਪਾਂ ਕਿਵੇਂ ਜਾਵਾਂਗੇ। ਇਦੋਂ ਪਹਿਲਾਂ ਸਾਡੇ ਕੋਲੇ ਆ ਇੱਕ ਚੌਂਕ ਹੈ, ਇਹ ਚੌਂਕ 'ਚ ਆਪਾਂ ਖੜੇ ਆ। ਬੜੇ ਵੱਖ-ਵੱਖ ਰਾਹ ਨੇ ਜਿਨ੍ਹਾਂ ਨਾਲ ਅਸੀਂ ਐਸਐਸਬੀ ਇੰਟਰਵਿਊ ਤੱਕ ਪਹੁੰਚ ਸਕਦੇ ਹਾਂ। ਅਸੀਂ ਐਸਐਸਬੀ ਇੰਟਰਵਿਊ 'ਚ ਜਾਵਾਂਗੇ, ਉਹ ਇੰਟਰਵਿਊ ਕਲੀਅਰ ਕਰਾਂਗੇ। ਬੜੀ ਪਪੂਲਰ ਇੰਟਰਵਿਊ ਹੈ ਇਹ, 5 ਦਿਨ ਚੱਲਦੀ ਆ। ਅਸੀਂ ਆਮ ਦੇਖੀਆਂ ਹੋਣੀਆਂ ਹਨਾ ਇੰਟਰਵਿਊਜ਼ ਅੱਧਾ ਘੰਟਾ ਪੌਣਾ ਘੰਟਾ ਚੱਲਦੀਆਂ, ਪਰ ਇਹ 5 ਦਿਨ ਚੱਲਦੀ ਹੈ ਸਾਡੀ। 5 ਦਿਨਾਂ ਦੇ ਵਿੱਚ ਸਾਨੂੰ ਉਹ ਸਾਰਾ ਟੈਸਟ ਕਰਦੇ ਨੇ। ਜਦੋਂ ਅਸੀਂ ਇਹ ਕਲੀਅਰ ਕਰ ਲਈਏ ਉਦੋਂ ਬਾਅਦ ਅੱਗੇ ਵਧਦੇ ਹਾਂ। ਮਤਲਬ ਇਹ ਅਸੀਂ ਕਲੀਅਰ ਕਰਨੀ ਹੀ ਕਰਨੀ ਆ। ਹੁਣ ਅਸੀਂ ਐਸਐਸਬੀ ਇੰਟਰਵਿਊ ਤੱਕ ਕਿਵੇਂ ਪਹੁੰਚਣਾ, ਇਹਨੂੰ ਪਹੁੰਚਣ ਵਾਸਤੇ ਆ ਜਿਹੜੇ ਚੌਂਕ 'ਚ ਖੜੇ ਆ, ਇੱਥੋਂ ਆਪਾਂ ਤੁਹਾਨੂੰ ਰਾਹ ਦੱਸਦੇ ਆ ਵੀ ਕਿਹੜੇ ਕਿਹੜੇ ਰਾਹ ਨੇ ਜਿਨ੍ਹਾਂ ਨਾਲ ਆਪਾਂ ਇੱਥੋਂ ਤੱਕ ਪਹੁੰਚ ਸਕਦੇ ਆ। ਲਓ ਜੀ, ਸਭ ਤੋਂ ਪਹਿਲਾ ਰਾਹ ਹੈ ਐਨਡੀਏ, ਨੈਸ਼ਨਲ ਡਿਫੈਂਸ ਅਕੈਡਮੀ। ਖੜਕਵਾਸਲਾ 'ਚ ਇਹ ਹੈ ਨਾ, ਪੂਨੇ ਮਹਾਰਾਸ਼ਟਰ 'ਚ। ਉੱਥੇ ਅਸੀਂ ਜਾ ਕੇ ਦਾਖਲਾ ਲੈ ਲੈਂਦੇ ਆ। ਫਿਰ ਐਨਡੀਏ ਦਾ ਸਾਡਾ ਇਹ ਇੱਕ ਟੈਸਟ ਹੁੰਦਾ ਵੀ ਅਸੀਂ ਉੱਥੇ ਦਾਖਲਾ ਲੈ ਸਕੀਏ। ਇਹਦਾ ਟੈਸਟ ਹੁੰਦਾ। ਇਹਦਾ ਟੈਸਟ ਕੌਣ ਦੇ ਸਕਦਾ? ਜਿਹੜੇ 12ਵੀਂ 'ਚ ਪੜ੍ਹ ਰਹੇ ਨੇ ਜਾਂ ਜਿਨ੍ਹਾਂ ਨੇ 12ਵੀਂ ਹੁਣੀ ਪਾਸ ਕੀਤੀ ਆ, ਉਹ ਨੈਸ਼ਨਲ ਡਿਫੈਂਸ ਅਕੈਡਮੀ ਦਾ ਟੈਸਟ ਦੇ ਸਕਦੇ ਨੇ। ਉਮਰ ਹੋਣੀ ਚਾਹੀਦੀ ਆ 16.5 ਸਾਲ ਤੋਂ 18.5 ਸਾਲ ਤੱਕ। ਜੇ ਅਸੀਂ 18.5 ਸਾਲ ਤੋਂ ਟੱਪ ਗਏ ਅਸੀਂ ਇਹਦਾ ਟੈਸਟ ਨਹੀਂ ਦੇ ਸਕਦੇ। ਸਿਰਫ ਅਨਮੈਰਿਡ, ਜਿਹੜੇ ਅਨਮੈਰਿਡ ਨੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਉਹ ਦੇ ਸਕਦੇ ਨੇ ਇਹ ਟੈਸਟ, ਤੇ ਸਿਰਫ ਮੁੰਡੇ ਦੇ ਸਕਦੇ ਨੇ ਅੱਜ ਦੀ ਡੇਟ 'ਚ। ਕੱਲੇ ਮੁੰਡਿਆਂ ਵਾਸਤੇ ਨੈਸ਼ਨਲ ਡਿਫੈਂਸ ਅਕੈਡਮੀ, ਤੇ ਕੋਰਟ ਦੇ ਵਿੱਚ ਇਹਦੀ ਗੱਲਬਾਤ ਚੱਲੀ ਜਾਂਦੀ ਆ। ਹੋ ਸਕਦਾ ਆਉਣ ਵਾਲੇ ਸਮੇਂ 'ਚ ਭੈਣਾਂ ਲਈ ਵੀ ਖੁੱਲ੍ਹ ਜੇ। ਕੋਰਟ ਨੇ ਕਿਹਾਗਾ ਵੀ ਤੁਸੀਂ ਹਨਾ ਕੱਲੇ ਮੁੰਡਿਆਂ ਲਈ ਰੱਖੀ ਆ, ਕੁੜੀਆਂ ਲਈ ਵੀ ਖੋਲੋ। ਹੁਣ ਅੱਜ ਦੀ ਡੇਟ 'ਚ ਕੱਲੇ ਮੁੰਡਿਆਂ ਲਈ ਆ ਨੈਸ਼ਨਲ ਡਿਫੈਂਸ ਅਕੈਡਮੀ। ਇਹਦੇ 'ਚ ਆਪਾਂ ਗੱਲ ਕਰ ਲਈਏ, ਜਦੋਂ ਅਸੀਂ ਐਨਡੀਏ ਦਾ ਟੈਸਟ ਕਲੀਅਰ ਕਰ ਦਈਏ ਤਾਂ ਅਸੀਂ ਖੜਕਵਾਸਲਾ ਜਾ ਕੇ ਜੁਆਇਨ ਕਰਦੇ ਹਾਂ ਨੈਸ਼ਨਲ ਡਿਫੈਂਸ ਅਕੈਡਮੀ 'ਚ। ਉੱਥੇ 3 ਸਾਲ ਆਪਣੀ ਟ੍ਰੇਨਿੰਗ ਹੁੰਦੀ ਆ। 12ਵੀਂ ਆਪਾਂ ਪਾਸ ਕਰੀ ਆ ਹਨਾ, 12ਵੀਂ ਪਾਸ ਕਰਕੇ ਉੱਥੇ ਅਸੀਂ 1 2 3 ਸਾਲਾਂ ਦੀ ਟ੍ਰੇਨਿੰਗ ਕਰਦੇ ਹਾਂ। ਉਹ 3 ਸਾਲਾਂ ਦੌਰਾਨ ਸਾਡੀ ਪੜ੍ਹਾਈ ਵੀ ਚੱਲਦੀ ਰਹਿੰਦੀ, ਅਸੀਂ ਗ੍ਰੈਜੂਏਟ ਵੀ ਹੋ ਜਾਂਦੇ ਹਾਂ। ਜਦੋਂ ਉਹ 3 ਸਾਲਾਂ ਦੀ ਟ੍ਰੇਨਿੰਗ ਪੂਰੀ ਹੋ ਜਾਂਦੀ ਆ ਉਦੋਂ ਬਾਅਦ ਜਿਹੜੀ ਸਾਡੀ ਚੁਆਇਸ ਹੁੰਦੀ ਆ ਹਨਾ, ਜਿਹੜਾ ਸਾਡਾ ਕੇਡਰ ਆ, ਜਿਵੇਂ ਕਹਿ ਲਓ ਏਅਰ ਫੋਰਸ ਵਾਲੇ ਉਹ ਏਅਰ ਫੋਰਸ ਅਕੈਡਮੀ 'ਚ ਜਾਣਗੇ 1 ਸਾਲ ਵਾਸਤੇ। ਜਿਹੜੇ ਮਿਲਟਰੀ ਵਾਲੇ ਆ, ਆਰਮੀ ਵਾਲੇ ਆ ਹਨਾ, ਉਹ ਇੰਡੀਅਨ ਮਿਲਟਰੀ ਅਕੈਡਮੀ 'ਚ ਜਾਣਗੇ। ਜਿਹੜੇ ਨੇਵੀ ਵਾਲੇ ਆ ਉਹ ਨੇਵਲ ਅਕੈਡਮੀ 'ਚ ਜਾਣਗੇ। ਫਿਰ ਉੱਥੇ ਉਹਨਾਂ ਦੀ ਅੱਡ ਅੱਡ ਟ੍ਰੇਨਿੰਗ ਹੋਊਗੀ 1 ਸਾਲ, ਉਦੋਂ ਬਾਅਦ ਲੱਗ ਜਾਣਗੀਆਂ ਫੀਤੀਆਂ ਤੇ ਉਹ ਫੌਜ 'ਚ ਅਫਸਰ ਬਣ ਜਾਣਗੇ। ਹੁਣ ਆਪਾਂ ਦੇਖਦੇ ਹਾਂ ਜਿਹੜਾ ਨੈਸ਼ਨਲ ਡਿਫੈਂਸ ਅਕੈਡਮੀ ਦਾ ਟੈਸਟ ਹੈ ਇਹ ਹੁੰਦਾ ਕੀ ਆ। ਦੇਖੋ, ਇਹ ਸਾਡੇ ਕੋਲ 900 ਨੰਬਰਾਂ ਦਾ ਹੁੰਦਾ, 900 300 ਨੰਬਰਾਂ ਦਾ ਹੁੰਦਾ ਮੈਥ, ਤੇ 600 ਨੰਬਰਾਂ ਦੀ ਹੁੰਦੀ ਹੈ ਜਨਰਲ ਅਬਿਲਿਟੀ, ਜਿਹਦੇ 'ਚ ਅੰਗਰੇਜ਼ੀ ਆ ਜਾਂਦੀ ਹੈ, ਜੀਕੇ, ਸਾਰਾ ਕੁਝ ਇਹ ਆ ਜਾਂਦਾ ਹਨਾ, ਹਿਸਟਰੀ ਸਾਰਾ ਕੁਝ ਇਹਦੇ 'ਚ ਆ ਜਾਂਦਾ। ਇਹ ਹੁੰਦਾ 600 ਨੰਬਰਾਂ ਦਾ, ਤੇ ਮੈਥ ਦਾ ਕੱਲਾ ਅੱਡ ਪੇਪਰ ਹੁੰਦਾ 300 ਨੰਬਰਾਂ ਦਾ। ਸਾਡੇ ਇੱਕ ਦਿਨ 'ਚ 2 ਵਾਰੀ ਪੇਪਰ ਹੋਊਗਾ। ਪਹਿਲਾਂ ਇੱਕ ਪੇਪਰ ਹੋਊਗਾ, ਉਦੋਂ ਬਾਅਦ ਬ੍ਰੇਕ ਹੋ ਜੂ, ਫਿਰ ਦੂਜਾ ਪੇਪਰ ਹੋਊਗਾ। ਇਹ ਦੋਨੇ ਪੇਪਰ ਹੋਣਗੇ ਸਾਡੇ 900 ਨੰਬਰਾਂ ਦੇ। 'ਚ ਨੈਗੇਟਿਵ ਮਾਰਕਿੰਗ ਵੀ ਹੁੰਦੀ ਆ। ਜਿਹੜੇ ਵੀਰਾਂ ਦਾ ਮੈਥ ਸਟਰੋਂਗ ਹੈ, ਜਿਨ੍ਹਾਂ ਨੂੰ ਮੈਥ ਬਹੁਤ ਵਧੀਆ ਆਉਂਦਾ, ਦੇਖੋ 300 ਨੰਬਰ ਦਾ ਮੈਥ ਆਉਣਾ, ਤਾਂ ਉਹਨਾਂ ਦੇ ਚਾਂਸ ਬਹੁਤ ਵੱਧ ਜਾਂਦੇ ਨੇ ਵੀ ਇਹ ਟੈਸਟ ਨੂੰ ਕਲੀਅਰ ਕਰ ਲੈਣ। ਇਸ ਕਰਕੇ ਜੇ ਸਾਡਾ ਮੈਥ 'ਚ ਹੱਥ ਤਕੜਾ ਤਾਂ ਸਾਨੂੰ ਇਹ ਟੈਸਟ ਜ਼ਰੂਰ ਦੇਣਾ ਚਾਹੀਦਾ। ਹੁਣ ਅਗਲਾ ਸਵਾਲ ਸਾਡੇ ਮਨ 'ਚ ਇਹ ਹੋਊਗਾ ਵੀ ਅਸੀਂ 12ਵੀਂ 'ਚ ਕਿਹੜੇ-ਕਿਹੜੇ ਸਬਜੈਕਟ ਰੱਖੇ ਹੋਣ ਵੀ ਅਸੀਂ ਇਹ ਟੈਸਟ ਦੇ ਸਕੀਏ।
ਲਓ ਜੀ, ਜੇ ਤਾਂ ਅਸੀਂ ਜਾਣਾ ਆਰਮੀ 'ਚ, ਆਰਮੀ ਕਿਹੜੀ ਹੁੰਦੀ ਆ, ਜਿਹੜੀ ਥਲ ਸੈਨਾ ਜਿਹਨੂੰ ਅਸੀਂ ਕਹਿ ਦਿੰਦੇ ਆ ਹਨਾ, ਉਹ ਜਿਨ੍ਹਾਂ ਦੇ ਹਰੇ ਕੱਪੜੇ ਪਾਏ ਹੁੰਦੇ ਨੇ, ਬੰਦੂਕ ਲੈ ਕੇ, ਜਿਹੜੇ ਜ਼ਮੀਨ ਤੇ ਹੁੰਦੇ ਨੇ, ਉਹ ਹੁੰਦੀ ਆ ਆਰਮੀ। ਤੇ 에ਅਰ ਫੋਰਸ ਕਿਹੜੀ ਹੁੰਦੀ ਆ, ਜਿਹੜੇ ਜਹਾਜ਼ਾਂ 'ਚ ਲੜਦੇ ਨੇ। ਨੇਵੀ ਜਿਹੜੀ ਸਮੁੰਦਰੀ ਫੌਜ ਹੁੰਦੀ ਆ। 에ਅਰ ਫੋਰਸ ਹੁੰਦੀ ਆ ਵਾਯੂ ਸੈਨਾ, ਤੇ ਜਿਹੜੀ ਨੇਵੀ ਹੁੰਦੀ ਆ ਉਹ ਹੁੰਦੀ ਆ ਜਲ ਸੈਨਾ, ਤੇ ਜਿਹੜੀ ਜ਼ਮੀਨ ਤੇ ਹੁੰਦੀ ਆ ਉਹ ਹੁੰਦੀ ਆ ਥਲ ਸੈਨਾ। ਜਲ ਸੈਨਾ, ਥਲ ਸੈਨਾ ਤੇ ਵਾਯੂ ਸੈਨਾ। ਜੇ ਤਾਂ ਅਸੀਂ ਜਾਣਾ ਆਰਮੀ ਲਈ ਆਪਸ਼ਨ ਰੱਖਣੀ ਆ ਵੀ ਅਸੀਂ ਥਲ ਸੈਨਾ ਲਈ ਜਾਣਾ, ਜਿਹੜੀ ਫੌਜ ਜ਼ਮੀਨ ਤੇ ਹੁੰਦੀ ਆ, ਉਹਦੇ ਵਾਸਤੇ ਅਸੀਂ 12ਵੀਂ 'ਚ ਜਿਹੜੇ ਵੀ ਸਬਜੈਕਟ ਰੱਖੇ ਹੁਣ ਮਾਇਨੇ ਨਹੀਂ ਰੱਖਦੇ, ਕੋਈ ਮਰਜ਼ੀ ਸਬਜੈਕਟ ਹੋਣ, ਅਸੀਂ ਆਰਮੀ ਲਈ ਫਿਰ ਜਾ ਸਕਦੇ ਹਾਂ। ਜੇ ਅਸੀਂ ਚੋਣ ਕਰਨੀ ਹੈ ਵੀ ਅਸੀਂ ਤਾਂ 에ਅਰ ਫੋਰਸ ਲਈ ਜਾਣਾ, ਅਸੀਂ ਨੇਵੀ ਲਈ ਜਾਣਾ, ਫਿਰ ਸਾਡੇ ਕੋਲੇ ਸਾਇੰਸ ਸਬਜੈਕਟ ਹੋਣੇ ਬਹੁਤ ਜ਼ਰੂਰੀ ਨੇ। ਫਿਜ਼ਿਕਸ, ਕੈਮਿਸਟਰੀ ਤੇ ਮੈਥ, ਇਹ ਤਿੰਨੇ ਸਾਡੇ ਕੋਲ ਹੋਣੇ ਚਾਹੀਦੇ ਨੇ ਜੇ ਅਸੀਂ 에ਅਰ ਫੋਰਸ ਤੇ ਨੇਵੀ ਚੂਜ਼ ਕਰਨਾ। 12ਵੀਂ 'ਚ ਜੇ ਅਸੀਂ ਸਾਇੰਸ ਸਬਜੈਕਟ ਰੱਖੇ ਨੇ ਤਾਂ ਅਸੀਂ ਇਹ ਦੋਨੇ ਚੂਜ਼ ਕਰ ਸਕਦੇ ਹਾਂ, ਜੇ ਨਹੀਂ ਰੱਖੇ ਤਾਂ ਫਿਰ ਸਾਡੇ ਕੋਲ ਇੱਕ ਹੀ ਆਪਸ਼ਨ ਬਚੂਗੀ, ਉਹ ਆ ਆਰਮੀ ਲਈ। ਟੈਸਟ ਇਹਨਾਂ ਦਾ ਇਕੱਠਾ ਹੀ ਹੁੰਦਾ, ਟੈਸਟ ਇੱਥੇ ਹੀ ਹੁੰਦਾ, ਤੁਹਾਨੂੰ ਦੱਸਿਆ ਸੀ। ਜਾਣਗੇ ਸਾਰੇ ਨੈਸ਼ਨਲ ਡਿਫੈਂਸ ਅਕੈਡਮੀ 'ਚ, ਉਹ ਇੱਕ ਅਕੈਡਮੀ ਆ ਖੜਕਵਾਸਲਾ, ਉੱਥੇ ਸਾਰਿਆਂ ਦਾ ਦਾਖਲਾ ਹੋ ਜਾਊਗਾ, ਸਾਰੇ ਉੱਥੇ ਇਕੱਠੇ ਟ੍ਰੇਨਿੰਗ ਲੈਣਗੇ। ਜਦੋਂ 3 ਸਾਲ ਦੀ ਟ੍ਰੇਨਿੰਗ ਹੋਊਗੀ ਫਿਰ ਅੱਡ-ਅੱਡ ਹੋ ਜਾਂਦੇ ਨੇ। ਜਿਹੜੇ ਨੇਵੀ ਵਾਲੇ ਆ ਉਹ ਨੇਵਲ ਅਕੈਡਮੀ 'ਚ, 에ਅਰ ਫੋਰਸ ਵਾਲੇ 에ਅਰ ਫੋਰਸ 'ਚ, ਆਰਮੀ ਵਾਲੇ ਆਰਮੀ ਬੰਨੀ ਹੋ ਜਾਂਦੇ ਆ। ਠੀਕ ਹੈ ਜੀ, ਇਹ ਆ NDA ਦਾ ਹਿਸਾਬ ਕਿਤਾਬ। ਹੁਣ NDA ਦਾ ਜਿਹੜਾ ਟੈਸਟ ਆ ਉਹ ਸਾਲ 'ਚ 2 ਵਾਰੀ ਹੁੰਦਾ। ਇਸ ਕਰਕੇ ਜਦੋਂ ਅਸੀਂ 12ਵੀਂ 'ਚ ਹੁਣ ਹੋਏ ਆ, ਮੰਨ ਲਓ ਹਜੇ ਅਸੀਂ 12ਵੀਂ 'ਚ ਆ, ਤਾਂ ਹੁਣ ਅਸੀਂ ਇੱਕ ਵਾਰੀ ਇਹਦਾ ਟੈਸਟ ਦੇ ਸਕਦੇ ਹਾਂ। ਇੱਕ ਵਾਰੀ ਇਹਦਾ ਟੈਸਟ ਹੁੰਦਾ ਅਪ੍ਰੈਲ 'ਚ ਤੇ ਇੱਕ ਵਾਰੀ ਅਖੀਰਲੇ ਮਹੀਨਿਆਂ 'ਚ। ਅਸੀਂ ਦੋਨੇ ਵਾਰੀ ਇਹ ਟੈਸਟ ਦੇ ਸਕਦੇ ਹਾਂ। ਜਦੋਂ ਹੁਣ ਅਸੀਂ 12ਵੀਂ 'ਚ ਆ, ਇਸ ਸਮੇਂ ਜੇ ਅਸੀਂ 12ਵੀਂ 'ਚ ਪੜ੍ਹ ਰਹੇ ਹਾਂ ਤਾਂ ਵੀ ਅਸੀਂ ਇਸ ਲਈ ਅਪਲਾਈ ਕਰ ਸਕਦੇ ਹਾਂ ਤੇ ਇਹ ਟੈਸਟ ਦੇ ਸਕਦੇ ਹਾਂ। ਜਿਹੜੇ 12ਵੀਂ 'ਚ ਹੁਣ ਪੜ੍ਹ ਰਹੇ ਨੇ, 11ਵੀਂ ਵਾਲੇ ਇਹ ਟੈਸਟ ਨਹੀਂ ਦੇ ਸਕਦੇ, ਇਹ ਨੋਟ ਕਰ ਲਿਓ। ਜੇ ਅਸੀਂ 12ਵੀਂ 'ਚ ਹੋ ਗਏ ਤਾਂ ਅਸੀਂ ਇਹ ਟੈਸਟ ਦੇ ਸਕਦੇ ਹਾਂ। ਉਸ ਤੋਂ ਬਾਅਦ ਜਦੋਂ 12ਵੀਂ ਪਾਸ ਕਰ ਲਈ ਫਿਰ ਵੀ ਦੇ ਸਕਦੇ ਹਾਂ। ਉਹਨਾਂ ਚਿਰ ਅਸੀਂ ਇਹ ਟੈਸਟ ਦੇ ਸਕਦੇ ਹਾਂ ਜਿੰਨਾ ਚਿਰ ਅਸੀਂ 18.5 ਸਾਲ ਤੋਂ ਟੱਪ ਨਹੀਂ ਜਾਂਦੇ। ਜਦੋਂ ਅਸੀਂ 18.5 ਸਾਲ ਟੱਪ ਗਏ ਫਿਰ ਅਸੀਂ ਇਹ ਟੈਸਟ ਨਹੀਂ ਦੇ ਸਕਦੇ, ਜਾਂ ਜੇ ਅਸੀਂ ਵਿਆਹ ਕਰਾ ਲਿਆ ਤਾਂ ਵੀ ਨਹੀਂ ਦੇ ਸਕਦੇ। ਇਸ ਗੱਲ ਦਾ ਖਿਆਲ ਰੱਖਣਾ। ਇਹ ਆ NDA ਦੀ ਐਲੀਜੀਬਿਲਿਟੀ। ਜਦੋਂ ਅਸੀਂ ਇਹ ਟੈਸਟ ਕਲੀਅਰ ਕਰ ਲਿਆ ਉਸ ਤੋਂ ਬਾਅਦ ਜਾਵਾਂਗੇ ਅਸੀਂ SSB ਇੰਟਰਵਿਊ ਲਈ। ਇਹ 5 ਦਿਨਾਂ ਦੀ ਇੰਟਰਵਿਊ ਹੁੰਦੀ ਆ, ਉੱਥੇ ਤੁਸੀਂ 5 ਦਿਨ ਰਹੋਗੇ। ਉਹ ਜਿਹੜਾ ਆਉਣ ਜਾਣ ਦਾ ਕਿਰਾਇਆ ਗਾ, ਉੱਥੇ ਰਹਿਣ ਦਾ ਸਾਰਾ ਖਰਚਾ ਗਾ, ਉਹ ਸਾਰਾ ਭਾਰਤ ਸਰਕਾਰ ਦੇਊਗੀ ਤੁਹਾਨੂੰ। ਤੁਸੀਂ ਉੱਥੇ ਜਾਓਗੇ, ਆਪਦੀ ਟਿਕਟ ਦੇ ਦੋਗੇ ਵੀ ਆਹ ਮੇਰੀ ਟਿਕਟ ਲੱਗੀ ਆ, ਉਹਨਾਂ ਨੇ ਤੁਹਾਨੂੰ ਆਉਣ ਜਾਣ ਦਾ ਕਿਰਾਇਆ ਦੇ ਦੇਣਾ ਵੀ ਆਹ ਚੱਕ ਭਾਈ ਆਉਣ ਜਾਣ ਦਾ ਕਿਰਾਇਆ। ਇੱਥੇ ਤੂੰ ਸਾਡੇ ਕੋਲ ਹੀ ਰਹੇਗਾ, ਤੈਨੂੰ ਖਾਣਾ ਪੀਣਾ ਸਾਰਾ ਕੁਝ ਫ੍ਰੀ, ਕੁਆਟਰ ਵੀ ਤੈਨੂੰ ਅਸੀਂ ਫ੍ਰੀ ਦੇਵਾਂਗੇ। ਵਧੀਆ ਕੁਆਟਰ ਹੁੰਦੇ ਨੇ, ਪੂਰੇ ਵਧੀਆ ਹਨਾ, ਤੁਹਾਨੂੰ ਪੂਰਾ ਵਧੀਆ ਇੱਕ ਮਾਹੌਲ ਮਿਲੂਗਾ, ਉੱਥੇ ਤੁਸੀਂ ਰਹੋਗੇ। ਪਰ ਇਹਦੇ ਵਾਸਤੇ ਵੀ ਇੱਕ ਸ਼ਰਤ ਹੁੰਦੀ ਆ, ਅਸੀਂ ਪਹਿਲੇ ਦਿਨ ਅਸੀਂ ਉੱਥੇ ਜਾਂਦੇ ਆ, ਸਕਰੀਨਿੰਗ ਹੁੰਦੀ ਹੈ ਸਾਡੀ, ਸਕਰੀਨਿੰਗ ਟੈਸਟ ਕਹਿੰਦੇ ਨੇ ਜਿਹਨੂੰ। ਉਹ ਟੈਸਟ ਸਾਡੇ ਹੁੰਦੇ ਨੇ, ਉਹ ਟੈਸਟ ਜੇ ਅਸੀਂ ਕਲੀਅਰ ਕਰ ਜਾਾਂਗੇ ਫਿਰ ਹੀ ਅਸੀਂ ਉੱਥੇ ਰਵਾਂਗੇ ਤੇ ਅਗਲੇ ਦਿਨਾਂ ਦੇ ਵਿੱਚ ਪ੍ਰਵੇਸ਼ ਕਰਾਂਗੇ। ਫਿਰ ਅੱਗੇ 4 ਦਿਨ ਸਾਡੀ ਇੰਟਰਵਿਊ ਚੱਲਣੀ ਆ। ਨਹੀਂ, ਸਾਨੂੰ ਪਹਿਲੇ ਦਿਨ ਹੀ ਉਹ ਕਹਿ ਦੇਣਗੇ ਵੀ ਆਪਦਾ ਭਾਈ ਬੈਗ ਬੋਰੀ ਬਿਸਤਰਾ ਲੈ ਜਾਓ ਤੇ ਜਾਓ ਵਾਪਸ। ਕਈ ਵਾਰ ਤਾਂ ਇਹ ਹੁੰਦਾ ਵੀ ਉਹ ਰਾਤ ਵੀ ਨਹੀਂ ਰਹਿਣ ਦਿੰਦੇ। ਅਸੀਂ ਉੱਥੇ ਸਵੇਰੇ ਉਤਰੇ ਆ, ਸਵੇਰ ਦੀ ਸਾਨੂੰ ਟਾਈਮਿੰਗ ਮਿਲੀ ਆ, ਉੱਥੇ ਜਾਂਦੇ ਨੇ, ਉਹ ਸਾਡਾ ਟੈਸਟ ਵਗੈਰਾ ਦਿਨੇ ਲੈ ਲੈਂਦੇ ਨੇ ਤੇ ਸ਼ਾਮ ਨੂੰ ਉਹ ਕਹਿ ਦਿੰਦੇ ਨੇ ਵੀ ਚਲੋ ਜੀ ਆਹ ਬੰਦੇ ਅੱਗੇ ਵਧਣਗੇ ਅਗਲੀ ਸਟੇਜ ਲਈ, ਤੇ ਆਹ ਜਿਨ੍ਹਾਂ ਦਾ ਨਹੀਂ ਅਗਲੀ ਸਟੇਜ 'ਚ ਕਲੀਅਰ ਹੋਇਆ ਉਹ ਜਾਓ ਵਾਪਸ। ਅਸੀਂ ਰਾਤ ਵੀ ਨਹੀਂ ਰਹਿੰਦੇ, ਬੈਗ ਲੈ ਕੇ ਉਦੋਂ ਹੀ ਅਸੀਂ ਵਾਪਸ ਆ ਜਾਂਦੇ ਆ। ਇਹਦੇ ਬਾਰੇ ਉਹ ਸਾਨੂੰ ਸਪੈਸ਼ਲ ਦੱਸ ਦਿੰਦੇ ਨੇ ਵੀ ਭਾਈ ਆਪਦੀ ਆਉਣ ਜਾਣ ਦੀ ਟਿਕਟ ਲੈ ਕੇ ਆਇਓ, ਵੀ ਇਹ ਨਾ ਹੋਵੇ ਤੁਸੀਂ ਖੱਜਲ ਹੋਈ ਜਾਓ, ਮੌਕੇ ਤੇ ਤੁਹਾਨੂੰ ਟਿਕਟ ਨਾ ਮਿਲੇ ਤੁਹਾਡੀ ਟ੍ਰੇਨ ਦੀ। ਇਸ ਕਰਕੇ ਆਉਣ ਜਾਣ ਦੀ ਟਿਕਟ ਬੰਦਾ ਕਰਾ ਕੇ ਜਾਂਦਾ ਪਹਿਲੇ ਦਿਨ ਹੀ। ਜੇ ਸਾਡਾ ਪਹਿਲਾ ਦਿਨ ਕਲੀਅਰ ਨਹੀਂ ਵੀ ਹੋਇਆ, ਸਾਨੂੰ ਪੈਸੇ ਤਾਂ ਵੀ ਉਹ ਦੇਣਗੇ, ਸਾਨੂੰ ਆਉਣ ਜਾਣ ਦਾ ਕਿਰਾਇਆ ਦੇਣਗੇ ਤੇ ਕਹਿ ਦੇਣਗੇ ਲਓ ਭਾਈ ਤੁਹਾਡਾ ਕਲੀਅਰ ਨਹੀਂ ਹੋਇਆ, ਤੁਸੀਂ ਵਾਪਸ ਜਾ ਸਕਦੇ ਹੋ। ਅੱਗੇ SSB ਇੰਟਰਵਿਊ ਤੇ ਆਪਾਂ ਪੂਰੀ ਵੀਡੀਓ ਜ਼ਰੂਰ ਬਣਾਵਾਂਗੇ। ਅੱਜ ਫਿਰ ਵੀਡੀਓ ਵਾਲੀ ਲੰਮੀ ਹੋ ਜੂ, ਇੰਨਾ ਕੁ ਤੁਹਾਨੂੰ ਦੱਸਤਾ ਬਹੁਤ ਆ। ਇਹ ਟੈਸਟ ਕਲੀਅਰ ਕਰ ਲਿਆ NDA, ਫਿਰ SSB ਦੀ ਇੰਟਰਵਿਊ ਕਲੀਅਰ ਕਰ ਲਈ, ਫਿਰ ਹੋਊਗਾ ਸਾਡਾ ਮੈਡੀਕਲ ਕਲੀਅਰ ਕਰ ਲਿਆ। ਉਦੋਂ ਬਾਅਦ ਮੈਰਿਟ ਲਿਸਟ, ਫਾਈਨਲ ਲਿਸਟ ਆਊਗੀ, ਸਾਡਾ ਨਾਮ ਆਜੂ ਤੇ ਅਸੀਂ ਜੁਆਇਨ ਕਰ ਲਾਂਗੇ। ਲਓ ਜੀ, ਉਹ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਅਸੀਂ ਬਣ ਜਾਾਂਗੇ ਅਫਸਰ। ਇਹ ਆ NDA ਦੀ ਐਂਟਰੀ। ਉਸ ਤੋਂ ਬਾਅਦ NDA ਦੀ ਐਂਟਰੀ ਹੋ ਸਕਦਾ ਵੀ ਸਾਡੀ ਐਲੀਜੀਬਿਲਿਟੀ ਨਾ ਬਣੇ ਹਨਾ, ਵੀ ਸਾਡੀ ਉਮਰ ਵੱਧ ਘੱਟ ਰਹੇਗੀ ਸੀ। ਫਿਰ ਸਾਡੇ ਕੋਲੇ ਆ ਜਾਂਦੀ ਹੈ CDS। 12ਵੀਂ ਤੋਂ ਬਾਅਦ ਹੋ ਸਕਦਾ ਜਿਹੜੇ ਵੀਰਾਂ ਨੇ ਹੁਣ ਗ੍ਰੈਜੂਏਸ਼ਨ ਕਰ ਲਈ ਜਾਂ ਕਰ ਰਹੇ ਨੇ, ਉਹ ਕਹਿੰਦੇ ਹੁਣ ਤਾਂ ਸਾਡਾ ਲੰਘ ਗਿਆ, ਹੁਣ ਅਸੀਂ ਕੀ ਕਰੀਏ। ਉਹਨਾਂ ਵਾਸਤੇ ਆ ਫਿਰ CDS, ਕੰਬਾਈਨਡ ਡਿਫੈਂਸ ਸਰਵਿਸਿਜ਼। CDS ਦਾ ਟੈਸਟ ਹੁੰਦਾ। CDS ਦਾ ਟੈਸਟ ਹੋਣ ਤੋਂ ਬਾਅਦ ਇਹ ਵੀ ਹੈ ਨਾ NDA ਵਾਂਗੂ ਹੀ ਹੁੰਦਾ। CDS ਦਾ ਟੈਸਟ ਜਦੋਂ ਅਸੀਂ ਦੇ ਦਿੰਦੇ ਆ, ਜਦੋਂ CDS ਦਾ ਟੈਸਟ ਅਸੀਂ ਕਲੀਅਰ ਕਰਦੇ ਆ, ਫਿਰ ਸਾਡੀ 1 ਸਾਲ ਦੀ ਟ੍ਰੇਨਿੰਗ ਹੁੰਦੀ ਆ। ਜੇ ਅਸੀਂ ਮਿਲਟਰੀ ਲਈ ਜਾਣਾ ਤਾਂ ਅਸੀਂ ਜਾਵਾਂਗੇ IMA 'ਚ ਹਨਾ,
ਜੇ ਅਸੀਂ ਥਲ ਸੈਨਾ ਲਈ ਜਾਣਾ ਫਿਰ ਅਸੀਂ ਇੰਡੀਅਨ ਮਿਲਟਰੀ ਅਕੈਡਮੀ 'ਚ ਜਾਵਾਂਗੇ ਦੇਹਰਾਦੂਨ। ਜੇ ਅਸੀਂ 에ਅਰ ਫੋਰਸ ਲਈ ਜਾਣਾ ਫਿਰ 에ਅਰ ਫੋਰਸ ਅਕੈਡਮੀ 'ਚ ਜਾਵਾਂਗੇ। ਜੇ ਨੇਵੀ ਲਈ ਜਾਣਾ ਤਾਂ ਨੇਵਲ ਅਕੈਡਮੀ ਜਾਵਾਂਗੇ। ਇਹਦੇ 'ਚ ਇੱਕ OTA ਦੀ ਆਪਸ਼ਨ ਵੀ ਹੁੰਦੀ ਆ, ਆਫੀਸਰਸ ਟ੍ਰੇਨਿੰਗ ਅਕੈਡਮੀ। ਇਹ ਟੈਸਟ ਵੀ ਐਂ ਹੁੰਦਾ, ਇਹ 'ਤੇ ਵੀ ਆਪਾਂ ਡਿਟੇਲਡ ਵੀਡੀਓ ਬਣਾਵਾਂਗੇ, ਤੁਹਾਨੂੰ ਦੱਸਾਂਗੇ। ਬਾਕੀ ਤੁਹਾਨੂੰ ਇੱਕ ਬੜੀ ਵਧੀਆ ਗੱਲ ਦੱਸ ਦਈਏ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਤੁਸੀਂ UPSC ਹੈ ਨਾ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ .gov.in ਇਹ ਵੈਬਸਾਈਟ ਖੋਲ੍ਹ ਲਿਆ ਕਰੋ। ਐਗਜ਼ਾਮੀਨੇਸ਼ਨ ਸੈਕਸ਼ਨ 'ਚ ਜਾ ਕੇ ਜਿਹੜੇ ਐਗਜ਼ਾਮੀਨੇਸ਼ਨ ਚੱਲ ਰਹੇ ਹੁੰਦੇ ਆ ਉਹਨਾਂ ਦੀ ਨੋਟੀਫਿਕੇਸ਼ਨ ਆਪੇ ਹੀ ਚੈੱਕ ਕਰ ਲਿਆ ਕਰੋ। ਕੱਲੀ ਚੀਜ਼ ਉਹਦੇ 'ਚ ਲਿਖੀ ਹੁੰਦੀ ਆ, ਐਲੀਜੀਬਿਲਟੀ ਵੀ ਕਿਹੋ ਜਿਹਾ ਟੈਸਟ ਹੋਊਗਾ, ਕਿਵੇਂ ਹੋਊਗਾ, ਕਿਵੇਂ ਨਾ ਹੋਊਗਾ। ਇਹਦੇ 'ਚ ਵੀ CDS 'ਚ ਵੀ ਕੰਡੀਸ਼ਨ ਉਹੀ ਆ। ਜੇ ਅਸੀਂ 에ਅਰ ਫੋਰਸ ਤੇ ਨੇਵੀ 'ਚ ਜਾਣਾ ਤਾਂ ਗ੍ਰੈਜੂਏਸ਼ਨ 'ਚ ਸਾਡੇ ਕੋਲੇ ਫਿਜ਼ਿਕਸ, ਕੈਮਿਸਟਰੀ ਤੇ ਮੈਥ ਹੋਣੇ ਜ਼ਰੂਰੀ ਨੇ। ਜਾਂ ਅਸੀਂ ਫਿਰ ਇੰਜੀਨੀਅਰਿੰਗ ਦੇ ਸਟੂਡੈਂਟ ਹੋਈਏ, ਜਾਂ ਫਿਜ਼ਿਕਸ, ਕੈਮਿਸਟਰੀ, ਮੈਥ ਰੱਖਿਆ ਹੋਵੇ, ਫਿਰ ਅਸੀਂ 에ਅਰ ਫੋਰਸ ਨੇਵੀ 'ਚ ਜਾ ਸਕਦੇ ਹਾਂ। ਨਹੀਂ ਫਿਰ ਸਾਡੇ ਕੋਲੇ ਆਪਸ਼ਨ ਆ IMA, ਫਿਰ ਅਸੀਂ ਆਰਮੀ ਲਈ ਜਾ ਸਕਦੇ ਹਾਂ। ਠੀਕ ਹੈ ਜੀ, ਹੋ ਗਈ ਗੱਲ ਖਤਮ। ਇਹਦਾ ਵੀ ਉਵੇਂ ਟੈਸਟ ਹੁੰਦਾ। ਜਦੋਂ ਅਸੀਂ ਟੈਸਟ ਕਲੀਅਰ ਕਰ ਦਈਏ ਉਦੋਂ ਬਾਅਦ SSB ਇੰਟਰਵਿਊ 'ਚ ਜਾਂਦੇ ਹਾਂ, ਫਿਰ ਮੈਡੀਕਲ, ਫਿਰ ਮੈਰਿਟ ਲਿਸਟ। ਕਹਿ ਲਓ ਇਹ ਵੀ ਚੌਂਕ ਦਾ ਅਗਲਾ ਰਾਹ ਹੈ। ਹੁਣ ਇਹ ਦੋਨੇ ਹੋ ਗਏ ਜੀ। ਇਹ ਦੋਨੇ ਹੋਣ ਤੋਂ ਬਾਅਦ ਸਾਡੇ ਕੋਲ ਇੱਕ ਹੋਰ ਬੜੀ ਵਧੀਆ ਸਕੀਮ ਆਉਂਦੀ ਆ, TES ਟੈਕਨੀਕਲ ਐਂਟਰੀ ਸਕੀਮ। ਇਹ ਉਹਨਾਂ ਵੀਰਾਂ ਲਈ ਆ ਜਿਨ੍ਹਾਂ ਤੋਂ NDA ਦਾ ਟੈਸਟ ਨਹੀਂ ਕਲੀਅਰ ਹੋਇਆ, ਜਾਂ ਜਿਹੜੇ ਕਹਿੰਦੇ ਨੇ ਵੀ ਸਾਡੇ ਤੋਂ ਟੈਸਟ ਨਹੀਂ ਕਲੀਅਰ ਹੋਇਆ। ਪਰ ਇਹਦੇ ਵਾਸਤੇ ਕੀ ਆ, ਇਹ ਕੋਈ ਟੈਸਟ ਨਹੀਂ ਹੈਗਾ, ਇਹ ਸਿੱਧੀ ਮੈਰਿਟ ਬਣਦੀ ਹੁੰਦੀ ਆ। ਇਹਦੇ ਵਾਸਤੇ ਫਿਜ਼ਿਕਸ, ਕੈਮਿਸਟਰੀ ਤੇ ਮੈਥ 'ਚ ਸਾਡੇ ਕੋਲੇ 70 ਤੋਂ ਵੱਧ % ਨੰਬਰ ਹੋਣੇ ਚਾਹੀਦੇ ਆ ਤਿੰਨੇ ਸਬਜੈਕਟਾਂ 'ਚ। ਫਿਜ਼ਿਕਸ, ਕੈਮਿਸਟਰੀ, ਮੈਥ, ਇਹ ਤਿੰਨੇ ਸਬਜੈਕਟਾਂ ਜੇ ਸਾਡੇ 70% ਤੋਂ ਵੱਧ ਨੰਬਰ ਨੇ ਫਿਰ ਅਸੀਂ ਅਪਲਾਈ ਕਰ ਦਿਆਂਗੇ। ਅਸੀਂ ਅਪਲਾਈ ਕਰਤਾ ਟੈਕਨੀਕਲ ਐਂਟਰੀ ਸਕੀਮ ਵਾਸਤੇ। ਹੁਣ ਕੀ ਹੋਊਗਾ, ਇਹ ਨਹੀਂ ਅਸੀਂ ਸਮਝ ਲੈਣਾ ਵੀ ਜੇ ਸਾਡੇ 70 ਹੀ ਨੰਬਰ ਆ ਗਏ ਤਾਂ ਵੀ ਮੰਨ ਲਓ ਅਸੀਂ ਮੈਰਿਟ 'ਚ ਆ ਜਾਾਂਗੇ। ਉੱਥੇ ਮੈਰਿਟ ਜਿਹੜੀ ਕੱਟ ਆਫ ਆ 85, 88, 88, 99 ਤੱਕ ਵੀ ਚੜ ਜਾਂਦੀ ਆ। ਇਸ ਕਰਕੇ ਅਸੀਂ 12ਵੀਂ 'ਚ ਕੋਸ਼ਿਸ਼ ਕਰਨੀ ਆ ਵੀ ਇਹ ਤਿੰਨੇ ਸਬਜੈਕਟਾਂ 'ਚ ਵੱਧ ਤੋਂ ਵੱਧ ਨੰਬਰ ਲੈ ਲਈਏ ਜਿੰਨੇ ਹੋ ਸਕਦੇ ਆ। ਕੱਲਾ 70 ਨਹੀਂ ਮੰਨ ਕੇ ਚੱਲਣਾ, ਆਪਦਾ ਟਾਰਗੇਟ ਵੱਧ ਤੋਂ ਵੱਧ ਰੱਖਣਾ, ਪੂਰੀ ਮਿਹਨਤ ਕਰਨੀ ਆ। ਹੁਣ ਕੀ ਹੁੰਦਾ, ਜਦੋਂ ਅਸੀਂ ਇਹਦੇ ਵਾਸਤੇ ਅਪਲਾਈ ਕਰਤਾ ਸਾਡਾ ਟੈਸਟ ਕੋਈ ਨਹੀਂ ਹੋਣਾ। 12ਵੀਂ ਦੇ ਰਿਜ਼ਲਟ ਤੋਂ ਬਾਅਦ ਅਸੀਂ ਅਪਲਾਈ ਕਰਾਂਗੇ। ਜਦੋਂ ਸਾਡਾ 12ਵੀਂ ਦਾ ਰਿਜ਼ਲਟ ਆ ਜੇ, ਅਪਲਾਈ ਕਰਿਆ, ਸਾਡੇ ਇਹਨਾਂ ਤਿੰਨਾਂ 'ਚ ਵਾਧੂ ਨੰਬਰ ਆਏ ਨੇ, ਮੰਨ ਲਓ 90 ਆਏ ਨੇ, ਹਨਾ, ਅਸੀਂ ਕੱਟ ਆਫ 'ਚ ਮੈਰਿਟ ਲਿਸਟ 'ਚ ਆ ਗਏ, ਮੈਰਿਟ ਲਿਸਟ ਬਣ ਗਈ, ਟੈਸਟ ਕੋਈ ਨਹੀਂ ਹੁੰਦਾ ਸਾਡਾ, ਬਸ ਸਿਰਫ 12ਵੀਂ ਦੇ ਨੰਬਰਾਂ ਦੇ ਬੇਸ ਤੇ ਉਹਨਾਂ ਨੇ ਲਿਸਟ ਬਣਾ ਲੈਣੀ ਆ, ਮੈਰਿਟ ਲਿਸਟ ਬਣ ਗਈ, ਅਸੀਂ ਮੈਰਿਟ 'ਚ ਆ ਗਏ। ਇਹ ਤੋਂ ਬਾਅਦ ਸਿੱਧਾ ਆਪਾਂ SSB ਲਈ ਜਾਵਾਂਗੇ ਇੱਥੋਂ ਵੀ। ਹੁਣ ਫਰਕ ਕੀ ਆ, ਇੱਥੇ ਦੋਨਾਂ 'ਚ ਆਪਾਂ ਟੈਸਟ ਦਿੱਤਾ ਸੀ, ਹਨਾ, ਕੰਪੀਟੀਸ਼ਨ 'ਚ ਬੈਠੇ ਸੀਗੇ, ਉੱਥੇ ਟੈਸਟ ਕਲੀਅਰ ਕਰਕੇ ਅੱਗੇ ਗਏ ਸੀ। 12ਵੀਂ ਤੇ ਗ੍ਰੈਜੂਏਸ਼ਨ 'ਚ ਸਾਡੇ ਨੰਬਰਾਂ ਦਾ ਕੋਈ ਮਾਇਨਾ ਨਹੀਂ ਸੀ। ਇੱਥੇ ਜੇ ਸਾਡੇ ਨੰਬਰ ਵਧੀਆ ਆਏ ਨੇ ਅਸੀਂ ਸਿੱਧਾ ਜਾ ਸਕਦੇ ਹਾਂ SSB ਇੰਟਰਵਿਊ ਲਈ। ਸਾਡੇ ਨੰਬਰ ਮੈਟਰ ਕਰਨਗੇ ਫਿਜ਼ਿਕਸ, ਕੈਮਿਸਟਰੀ, ਮੈਥ ਦੇ, ਇਹਨਾਂ 'ਚ ਅਸੀਂ ਪੂਰੀ ਮਿਹਨਤ ਕਰ ਲਾਂਗੇ। ਫਿਰ ਅਸੀਂ SSB ਇੰਟਰਵਿਊ ਲੈ ਆਵਾਂਗੇ, ਮੈਡੀਕਲ ਹੋਊ, ਉਵੇਂ ਮੈਰਿਟ ਲਿਸਟ ਅੱਗੇ। ਠੀਕ ਹੈ ਜੀ, ਇਹ ਵੀ ਇੱਕ ਚੌਂਕ ਦਾ ਰਾਹ ਹੈ। ਟੈਕਨੀਕਲ ਐਂਟਰੀ ਸਕੀਮ ਬੜੀ ਵਧੀਆ ਗਈ, ਅਸੀਂ ਇਹ ਵੀ ਫੋਲੋ ਕਰ ਸਕਦੇ ਹਾਂ। ਅੱਗੇ ਆ ਗਈ ਸਾਡੇ ਕੋਲੇ ਯੂਨੀਵਰਸਿਟੀ ਐਂਟਰੀ ਸਕੀਮ। ਯੂਨੀਵਰਸਿਟੀ ਐਂਟਰੀ ਸਕੀਮ ਯੂਨੀਵਰਸਿਟੀ ਵਾਲਿਆਂ ਲਈ ਆ। ਜਿਵੇਂ ਇੱਥੇ ਸਾਡੇ ਕੋਲ ਟੈਕਨੀਕਲ ਐਂਟਰੀ ਸਕੀਮ ਸੀ, ਹੈ ਨਾ, ਉਵੇਂ ਯੂਨੀਵਰਸਿਟੀ ਐਂਟਰੀ ਸਕੀਮ ਆ। ਇਹ ਫਾਈਨਲ ਈਅਰ ਵਾਲੇ ਵੀ ਇਹ ਸਕੀਮ ਵਾਸਤੇ ਅਪਲਾਈ ਕਰ ਸਕਦੇ ਆ। ਇਹਨਾਂ ਦੀ ਵੀ ਫਿਰ ਉਦੋਂ ਬਾਅਦ ਸਿੱਧੀ SSB ਇੰਟਰਵਿਊ ਹੋਊਗੀ। ਇਹ ਹੁੰਦੀ ਆ ਸਿਰਫ ਇੰਜੀਨੀਅਰਿੰਗ ਵਾਲਿਆਂ ਵਾਸਤੇ, ਜਿਹੜੇ ਇੰਜੀਨੀਅਰਿੰਗ ਕਰ ਰਹੇ ਨੇ। ਇਹ ਇੱਕ ਟੈਕਨੀਕਲ ਗ੍ਰੈਜੂਏਟ ਕੋਰਸ ਆ, ਇਹ ਵੀ ਇੰਜੀਨੀਅਰਿੰਗ ਵਾਲੇ ਸਟੂਡੈਂਟਸ ਵਾਸਤੇ ਹੁੰਦਾ। ਇਹ ਦੋਨੇ ਇੰਜੀਨੀਅਰਿੰਗ ਵਾਲੇ ਸਟੂਡੈਂਟਸ ਵਾਸਤੇ ਆ। ਇਹਦੇ ਵਿੱਚ ਕੋਈ ਟੈਸਟ ਨਹੀਂ ਹੁੰਦਾ, ਉਹ ਸਿੱਧਾ ਅਪਲਾਈ ਕਰ ਦੇਣਗੇ ਤੇ ਜਦੋਂ ਉਹ ਸ਼ਾਰਟ ਲਿਸਟ ਹੋਣਗੇ ਸਿੱਧਾ ਉਹਨਾਂ ਨੂੰ SSB ਲਈ ਕਾਲ ਆਊਗੀ, ਉਹ ਸਿੱਧਾ SSB ਇੰਟਰਵਿਊ ਦੇਣ ਜਾਣਗੇ। ਫਿਰ SSB ਇੰਟਰਵਿਊ ਜੇ ਕਲੀਅਰ ਕਰ ਲਈ ਫਿਰ ਮੈਡੀਕਲ, ਫਿਰ ਮੈਰਿਟ ਲਿਸਟ। ਠੀਕ ਹੈ ਜੀ, ਟੈਕਨੀਕਲ ਗ੍ਰੈਜੂਏਟ ਕੋਰਸ ਤੇ ਯੂਨੀਵਰਸਿਟੀ ਐਂਟਰੀ ਸਕੀਮ, ਇਹ ਵੀ ਦੋਨੇ ਬੜੀਆਂ ਵਧੀਆ ਸਕੀਮਾਂ ਨੇ। ਇਹਦੇ 'ਚ ਸਾਨੂੰ ਕੋਈ ਟੈਸਟ ਨਹੀਂ ਦੇਣਾ ਪੈਂਦਾ, ਸਿੱਧਾ ਅਸੀਂ SSB ਲਈ ਜਾਂਦੇ ਹਾਂ। ਹੋ ਗਈ ਜੀ ਗੱਲ। ਹੁਣ ਆ ਗਿਆ ਅੱਗੇ ਸਾਡੇ ਵਾਸਤੇ ਮਿਲਟਰੀ ਨਰਸਿੰਗ ਸਰਵਿਸਿਜ਼। ਇਹ ਸਿਰਫ ਤੇ ਸਿਰਫ ਕੁੜੀਆਂ ਵਾਸਤੇ ਹੁੰਦਾ, ਜਿਹੜੀਆਂ ਸਾਡੀਆਂ ਭੈਣਾਂ ਮੈਡੀਕਲ ਫੀਲਡ ਦੀਆਂ ਨੇ, ਜਾਂ ਉਹਨਾਂ ਨੇ BSc ਨਰਸਿੰਗ ਜਾਂ ਬਾਇਓਲੋਜੀ ਸਬਜੈਕਟ ਰੱਖਿਆ ਹੋਇਆ, ਹਨਾ, ਸਾਇੰਸ ਸਬਜੈਕਟ ਰੱਖਿਆ ਨਾਲ ਬਾਇਓਲੋਜੀ ਰੱਖਿਆ ਹੋਇਆ, ਉਹਨਾਂ ਭੈਣਾਂ ਵਾਸਤੇ ਇਹ ਸਕੀਮ ਆ। ਉਹ ਸਿੱਧੀਆਂ ਅਫਸਰ ਬਣ ਕੇ ਜਾਣਗੀਆਂ ਗ੍ਰੈਜੂਏਸ਼ਨ ਤੋਂ ਬਾਅਦ। ਮਿਲਟਰੀ ਨਰਸਿੰਗ ਸਰਵਿਸਿਜ਼ ਇਹ ਕੁੜੀਆਂ ਵਾਸਤੇ ਆ। ਠੀਕ ਹੈ ਜੀ, ਇਹ ਰਾਹ ਵੀ ਸਾਡੀਆਂ ਭੈਣਾਂ ਅਪਣਾ ਸਕਦੀਆਂ ਨੇ। ਉਸ ਤੋਂ ਬਾਅਦ SSB ਇੰਟਰਵਿਊ, ਫਿਰ ਮੈਡੀਕਲ, ਫਿਰ ਮੈਰਿਟ ਲਿਸਟ। ਠੀਕ ਹੈ ਜੀ, ਹੋ ਗਈ ਗੱਲ ਖਤਮ। ਹੁਣ ਆ ਗਿਆ ਸਾਡੇ ਕੋਲ ਇੱਕ ਹੋਰ ਰਾਹ ਏ, ਇਹਦੇ ਵਿੱਚ ਸਾਨੂੰ ਨੰਬਰਾਂ ਦੀ ਲੋੜ ਵੀ ਨਹੀਂ ਪੈਂਦੀ। ਇਹ ਰਾਹ ਵੀ ਦੇਖੋ ਬੜਾ ਵਧੀਆ ਗਾ, ਬਹੁਤ ਸਾਰੇ ਜਾਣੇ ਇਸ ਐਂਟਰੀ ਦਾ ਲਾਭ ਉਠਾਉਂਦੇ ਨੇ। ਇਹ ਆ NCC ਐਂਟਰੀ।
NCC ਕੀ ਹੁੰਦਾ, ਨੈਸ਼ਨਲ ਕੈਡਿਟ ਕਾਰਪਸ ਹਨਾ। NCC ਦੇ ਵਿੱਚ ਕੀ ਹੁੰਦਾ, ਅਸੀਂ ਸਕੂਲ ਲੈਵਲ ਤੇ ਕਾਲਜ ਲੈਵਲ ਤੇ NCC 'ਚ ਹਿੱਸਾ ਲੈਂਦੇ ਆ, ਫਿਰ ਸਾਨੂੰ ਇੱਕ ਸਰਟੀਫਿਕੇਟ ਜਾਰੀ ਕਰਦੇ ਨੇ। NCC ਦੇ ਸਰਟੀਫਿਕੇਟ ਹੁੰਦੇ ਨੇ A B ਤੇ C, 3 ਸਰਟੀਫਿਕੇਟ ਸਾਨੂੰ ਮਿਲਦੇ ਨੇ। ਜੇ ਸਾਨੂੰ C ਸਰਟੀਫਿਕੇਟ ਮਿਲ ਗਿਆ, ਆਮ ਤੌਰ ਤੇ ਕਾਲਜ 'ਚ ਜਾ ਕੇ ਸਾਨੂੰ C ਸਰਟੀਫਿਕੇਟ ਮਿਲ ਜਾਂਦਾ ਜੇ ਅਸੀਂ NCC ਰੱਖੀ ਹੋਵੇ। ਜਦੋਂ ਸਾਨੂੰ C ਸਰਟੀਫਿਕੇਟ ਮਿਲ ਗਿਆ, ਅਸੀਂ C ਸਰਟੀਫਿਕੇਟ ਦੇ ਬੇਸ ਤੇ ਸਿੱਧਾ SSB ਇੰਟਰਵਿਊ ਲਈ ਜਾ ਸਕਦੇ ਹਾਂ। ਸਿੱਧਾ ਅਪਲਾਈ ਕਰਕੇ ਉਸ ਤੋਂ ਬਾਅਦ SSB ਇੰਟਰਵਿਊ ਹੋਊਗੀ ਸਾਡੀ, ਫਿਰ ਮੈਡੀਕਲ, ਫਿਰ ਮੈਰਿਟ ਲਿਸਟ। ਇਹ ਐਂਟਰੀ ਵੀ ਅਸੀਂ ਵਰਤ ਸਕਦੇ ਹਾਂ। ਹੁਣ ਇਹਦੇ ਵਾਸਤੇ ਸਾਨੂੰ ਕੀ ਕਰਨਾ ਪਊਗਾ, ਸਾਡੇ ਕਾਲਜ 'ਚ NCC ਰੱਖਣੀ ਪਊਗੀ ਤੇ ਉਹਦੇ ਵਿੱਚ ਅਸੀਂ C ਸਰਟੀਫਿਕੇਟ ਲੈਣਾ। A ਸਰਟੀਫਿਕੇਟ ਸਾਡੇ ਕੋਲ ਹੁੰਦਾ ਹਨਾ ਸਭ ਤੋਂ ਪਹਿਲੇ ਲੈਵਲ ਦਾ, ਫਿਰ ਉਦੋਂ ਵੱਡਾ ਲੈਵਲ C ਸਰਟੀਫਿਕੇਟ ਸਭ ਤੋਂ ਵੱਡਾ ਲੈਵਲ। C ਸਰਟੀਫਿਕੇਟ ਜਦੋਂ ਅਸੀਂ ਲੈ ਲਿਆ NCC 'ਚ, ਅਸੀਂ ਸਿੱਧਾ SSB ਇੰਟਰਵਿਊ ਲਈ ਜਾਵਾਂਗੇ, ਉਹਨੂੰ ਕਲੀਅਰ ਕਰਾਂਗੇ, ਫਿਰ ਮੈਡੀਕਲ, ਫਿਰ ਮੈਰਿਟ ਲਿਸਟ। ਠੀਕ ਹੈ ਜੀ, ਇਹ ਹੋ ਗਈਆਂ ਮੇਨ ਐਂਟਰੀਆਂ ਸਾਡੇ ਕੋਲੇ ਜਿਨ੍ਹਾਂ ਦੇ ਥਰੂ ਅਸੀਂ ਫੌਜ 'ਚ ਅਫਸਰ ਬਣ ਸਕਦੇ ਹਾਂ। ਸਾਡੇ ਕੋਲ ਇੱਕ FCAT ਦਾ ਟੈਸਟ ਵੀ ਹੁੰਦਾ, ਮੇਰੇ ਖੜੇ ਯਾਦ ਆ ਗਿਆ FCAT। ਠੀਕ ਹੈ ਜੀ, FCAT ਦਾ ਟੈਸਟ ਹੁੰਦਾ, ਇਹ ਸਿਰਫ ਤੇ ਸਿਰਫ 에ਅਰ ਫੋਰਸ ਲਈ ਹੁੰਦਾ। ਜੇ ਅਸੀਂ 에ਅਰ ਫੋਰਸ 'ਚ ਅਫਸਰ ਬਣਨਾ, ਇਹਦਾ ਅਸੀਂ ਟੈਸਟ ਦੇਵਾਂਗੇ। ਇਹ ਟੈਸਟ ਕਲੀਅਰ ਕਰਨ ਤੋਂ ਬਾਅਦ ਸਿੱਧਾ SSB, ਫਿਰ ਮੈਡੀਕਲ, ਫਿਰ ਮੈਰਿਟ ਲਿਸਟ। ਯਾਦ ਰੱਖਣਾ, ਇਹ ਟੈਸਟ ਸਿਰਫ ਤੇ ਸਿਰਫ 에ਅਰ ਫੋਰਸ ਲਈ ਹੁੰਦਾ। 에ਅਰ ਫੋਰਸ ਦਾ ਇੱਕ ਸਪੈਸ਼ਲ ਟੈਸਟ ਆ, ਇਹ ਅਸੀਂ ਕਲੀਅਰ ਕਰਕੇ ਉਸ ਤੋਂ ਬਾਅਦ SSB ਇੰਟਰਵਿਊ, ਫਿਰ ਮੈਡੀਕਲ, ਫਿਰ ਮੈਰਿਟ ਲਿਸਟ। ਇਹ ਟੈਸਟ ਅਸੀਂ ਗ੍ਰੈਜੂਏਸ਼ਨ ਤੋਂ ਬਾਅਦ ਦੇ ਸਕਦੇ ਹਾਂ। ਗ੍ਰੈਜੂਏਸ਼ਨ ਦੇ ਜਿਹੜੇ ਫਾਈਨਲ ਈਅਰ 'ਚ ਹੁੰਦੇ ਨੇ ਉਹ ਵੀ ਇਹ ਟੈਸਟ ਨੂੰ ਦੇ ਸਕਦੇ ਨੇ। ਅਸੀਂ 12ਵੀਂ ਦੇ ਵਿੱਚ ਫਿਜ਼ਿਕਸ, ਕੈਮਿਸਟਰੀ, ਮੈਥ 'ਚ 50% ਨੰਬਰ ਜ਼ਰੂਰ ਲਏ ਹੋਣ, ਤੇ ਹੁਣ ਵੀ ਅਸੀਂ ਜਾਂ ਤਾਂ ਸਾਇੰਸ ਦੇ ਸਟੂਡੈਂਟ ਹੋਈਏ ਜਾਂ ਇੰਜੀਨੀਅਰਿੰਗ ਦੇ ਸਟੂਡੈਂਟ ਹੋਈਏ, ਕਿਉਂਕਿ ਆਪਾਂ ਤੁਹਾਨੂੰ ਦੱਸਿਆਗਾ ਜੇ ਅਸੀਂ 에ਅਰ ਫੋਰਸ ਤੇ ਨੇਵੀ 'ਚ ਜਾਣਾ ਤਾਂ ਸਾਇੰਸ ਵਿਸ਼ੇ ਤਾਂ ਪੜ੍ਹਨੇ ਹੀ ਪੈਣੇ ਨੇ। ਜੇ ਇਹਨਾਂ 'ਚ ਐਜ਼ ਐਨ ਆਫਿਸਰ ਜੁਆਇਨ ਕਰਨਾ ਤਾਂ ਅਸੀਂ ਦੇਖੋ ਇੱਥੇ ਵੀ ਕਿਹਾ ਸੀ ਵੀ ਫਿਜ਼ਿਕਸ, ਕੈਮਿਸਟਰੀ, ਮੈਥ ਤਾਂ ਰੱਖਣਾ ਹੀ ਪਊਗਾ। ਫਿਰ ਅਸੀਂ FCAT ਟੈਸਟ ਦੇ ਸਕਦੇ ਹਾਂ ਜਾਂ ਅਸੀਂ ਨੇਵੀ ਲਈ ਜਾ ਸਕਦੇ ਹਾਂ। ਠੀਕ ਹੈ ਜੀ, ਇਸ ਕਰਕੇ 에ਅਰ ਫੋਰਸ ਤੇ ਨੇਵੀ ਦੀ ਸਪੈਸ਼ਲ ਕੰਡੀਸ਼ਨ ਆ ਵੀ ਸਾਇੰਸ ਹੋਣੀ ਚਾਹੀਦੀ ਆ। ਆਰਮੀ ਵਾਸਤੇ ਕੰਡੀਸ਼ਨ ਨਹੀਂ ਆ। ਜਿਹੜਾ FCAT ਆ ਉਹ ਗ੍ਰੈਜੂਏਸ਼ਨ ਦੇ ਫਾਈਨਲ ਈਅਰ ਵਾਲੇ ਦੇ ਸਕਦੇ ਨੇ, ਜਾਂ ਜੇ ਸਾਡੀ ਗ੍ਰੈਜੂਏਸ਼ਨ ਹੋਈ ਆ ਉਹ ਦੇ ਸਕਦੇ ਨੇ। ਉਸ ਤੋਂ ਬਾਅਦ ਵੀ ਸਿੱਧੀ SSB ਇੰਟਰਵਿਊ, ਮੈਡੀਕਲ ਤੇ ਮੈਰਿਟ ਲਿਸਟ। ਤੇ ਲਓ ਜੀ, ਆਖਰੀ ਸਾਡੇ ਕੋਲੇ ਆ ਗਈ, ਬੜੇ ਵੀਰ ਨੇ ਇਹ ਟਰਾਈ ਕਰਦੇ ਨੇ, ਉਹ ਇਸ ਐਂਟਰੀ ਥਰੂ ਵੀ ਅਫਸਰ ਬਣਦੇ ਨੇ ਆਰਮਡ ਫੋਰਸਿਸ 'ਚ। ਇਹ ਆ ACC ਐਂਟਰੀ। ਉਹ ਇਸ ਐਂਟਰੀ ਦੇ ਥਰੂ, ACC ਐਂਟਰੀ ਦੇ ਥਰੂ ਜਾਂਦੇ ਨੇ, ਫੌਜ 'ਚ ਅਫਸਰ ਬਣਦੇ ਨੇ। ਉਹ ਕੌਣ ਹੁੰਦੇ ਨੇ? ਉਹ ਹੁੰਦੇ ਨੇ ਜਿਹੜੇ ਪਹਿਲਾਂ ਹੀ ਫੌਜ 'ਚ ਹੁੰਦੇ ਨੇ, ਜਿਹੜੇ ਪਹਿਲਾਂ ਹੀ ਫੌਜ 'ਚ ਸੇਵਾ ਨਿਭਾ ਰਹੇ ਨੇ ਤੇ ਉਹਨਾਂ ਦੀ ਸੇਵਾ ਨੂੰ 2 ਸਾਲ ਹੋ ਗਏ, 2 ਸਾਲ ਦੀ ਉਹਨਾਂ ਦੀ ਸਰਵਿਸ ਹੋ ਚੁੱਕੀ ਆ ਤੇ ਉਹਨਾਂ ਨੇ ਮਿਨੀਮਮ 12ਵੀਂ ਪਾਸ ਕੀਤੀ ਹੋਈ ਆ। ਉਹ ਤਾਂ ਸਾਨੂੰ ਪਤਾ ਫੌਜ ਵਾਸਤੇ 10ਵੀਂ ਐਲੀਜੀਬਿਲਟੀ ਹੁੰਦੀ ਆ ਹਨਾ, ਪਰ ਜੇ ਉਹਨਾਂ ਨੇ 12ਵੀਂ ਪਾਸ ਕੀਤੀ ਹੋਈ ਆ ਜਾਂ ਉਦੋਂ ਰਹਿੰਦੇ ਹੋਏ ਕਰ ਲਈ 12ਵੀਂ ਪਾਸ ਤੇ 2 ਸਾਲ ਦੀ ਸਰਵਿਸ ਕਰ ਲਈ, ਉਮਰ ਉਹਨਾਂ ਦੀ 20 ਤੋਂ 27 ਦੇ ਵਿੱਚ ਆ, ਤਾਂ ਉਹ ਇਹ ਟੈਸਟ ਦੇ ਸਕਦੇ ਨੇ। ਟੈਸਟ ਦੇ ਕੇ ਉਸ ਤੋਂ ਬਾਅਦ SSB ਇੰਟਰਵਿਊ ਲਈ ਜਾ ਕੇ ਤੇ ਅੱਗੇ ਜਾ ਕੇ ਫੌਜ 'ਚ ਅਫਸਰ ਬਣ ਸਕਦੇ ਨੇ। ਮਤਲਬ ਇਹ ਵੀ ਇੱਕ ਤਰੀਕਾ ਹੈਗਾ, ਜੇ ਅਸੀਂ ਇਹਨਾਂ ਤਰੀਕਿਆਂ 'ਚੋਂ ਨਹੀਂ ਅਜਮਾਉਣਾ, ਇਹ ਵੀ ਅਜਮਾ ਸਕਦੇ ਹਾਂ। ਫੌਜ ਦੇ ਵਿੱਚ ਦਾਖਲ ਹੋ ਕੇ ਉਸ ਤੋਂ ਬਾਅਦ 2 ਸਾਲ ਸਰਵਿਸ ਕਰਨ ਤੋਂ ਬਾਅਦ ਅਸੀਂ ਅਫਸਰ ਵਾਸਤੇ ਟਰਾਈ ਕਰ ਸਕਦੇ ਹਾਂ। ਜਿਨ੍ਹਾਂ ਨੇ 12ਵੀਂ ਕੀਤੀ ਹੋਈ ਹੈ ਤੇ ਫੌਜ 'ਚ 2 ਸਾਲ ਦੀ ਸੇਵਾ ਹੋ ਗਈ, ਉਹ ਇਹ ਐਂਟਰੀ ਟਰਾਈ ਕਰ ਸਕਦੇ ਨੇ। ਉਮੀਦ ਕਰਦੇ ਹਾਂ ਕਿ ਅੱਜ ਵਾਲੀ ਵੀਡੀਓ ਤੋਂ ਬਾਅਦ ਤੁਹਾਨੂੰ ਮੋਟਾ ਇਹ ਸਾਰਾ ਕਲੀਅਰ ਹੋ ਗਿਆ ਹੋਣਾ ਵੀ ਅਸੀਂ ਫੌਜ 'ਚ ਅਫਸਰ ਕਿਵੇਂ ਬਣ ਸਕਦੇ ਹਾਂ। ਸਭ ਤੋਂ ਵੱਡੀ ਚੀਜ਼ ਹੈ SSB ਇੰਟਰਵਿਊ, ਇਹ ਕਲੀਅਰ ਕਰਨੀ ਆ ਤੇ ਇੱਥੋਂ ਤੱਕ ਪਹੁੰਚਣਾ ਕਿਵੇਂ ਹੈ SSB ਇੰਟਰਵਿਊ ਤੱਕ, ਉਹ ਸਾਰੇ ਰਾਹ ਆਪਾਂ ਤੁਹਾਨੂੰ ਦੱਸਤੇ। ਉਹ ਰਾਹ ਅਸੀਂ ਅਪਣਾ ਕੇ ਇੱਥੋਂ ਤੱਕ ਪਹੁੰਚ ਕੇ ਤੇ ਫੌਜ 'ਚ ਅਫਸਰ ਬਣ ਸਕਦੇ ਹਾਂ। ਪੂਰੀ ਉਮੀਦ ਕਰਦੇ ਹਾਂ ਵੀ ਤੁਹਾਨੂੰ ਸਾਰਿਆਂ ਨੂੰ ਇਹ ਸਮਝ ਆ ਗਈ ਹੋਊ। ਤੁਸੀਂ ਆਪਦੇ ਭੈਣ ਭਰਾਵਾਂ, ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨਾਲ ਵੀ ਸ਼ੇਅਰ ਕਰੋਗੇ, ਉਹਨਾਂ ਨੂੰ ਵੀ ਦੱਸੋਗੇ ਵੀ ਇਹ ਜਾਣਕਾਰੀ ਆ, ਜੇ ਫੌਜ 'ਚ ਤੁਸੀਂ ਅਫਸਰ ਬਣਨਾ ਤਾਂ ਇਹ ਤਰੀਕੇ ਅਪਣਾ ਸਕਦੇ ਹੋ। ਕਿਉਂਕਿ ਸਾਡੇ ਵਾਸਤੇ ਇਹ ਸਭ ਤੋਂ ਪਹਿਲਾਂ ਜ਼ਰੂਰੀ ਆ ਵੀ ਸਾਨੂੰ ਜਾਣਕਾਰੀ ਹੋਵੇ ਵੀ ਕਿਹੜੇ ਤਰੀਕੇ ਨੇ ਜਿਨ੍ਹਾਂ ਨਾਲ ਅਸੀਂ ਅਫਸਰ ਬਣ ਸਕਦੇ ਹਾਂ। ਫੇਰ ਹੀ ਬਣਾਂਗੇ, ਫੇਰ ਹੀ ਉਹ ਰਾਹ ਅਪਣਾਵਾਂਗੇ। ਪੂਰੀ ਉਮੀਦ ਕਰਦੇ ਹਾਂ ਵੀ ਤੁਹਾਨੂੰ ਸਾਰਿਆਂ ਨੂੰ ਅੱਜ ਵਾਲੀ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ। ਜੇ ਮਨ 'ਚ ਹੋਰ ਸਵਾਲ ਨੇ, ਹੋਰ ਵੀ ਤੁਹਾਡੇ ਮਨ 'ਚ ਕੋਈ ਡਾਊਟ ਜਾਂ ਕੋਈ ਕਨਫਿਊਜ਼ਨ, ਉਹ ਵੀ ਕਮੈਂਟ ਕਰਕੇ ਪੁੱਛੋ, ਆਪਾਂ ਉਹਦਾ ਵੀ ਹੱਲ ਕਰ ਦਾਂਗੇ। ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।